दोस्तों स्वागत करते हैं ਤੁਹਾਡੇ ਆਪਣੇ ਚੈਨਲ ਗਗਨ ਐਜੂਕੇਸ਼ਨ ਦੇ ਉੱਪਰ। ਅਸੀਂ ਪਿਛਲੇ ਵੀਡੀਓ ਦੇ ਵਿੱਚ 7th ਕਲਾਸ ਦੇ ਫਸਟ 2 ਲੈਸਨ ਜਿਹੜੇ ਉਹ ਕੰਪਲੀਟ ਕਰ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਸੀਂ ਲੈਸਨ 3rd ਕਰਾਂਗੇ ਦਿੱਲੀ ਸਲਤਨਤ। ਤਾਂ ਦਿੱਲੀ ਸਲਤਨਤ ਦੇ ਵਿੱਚ ਅਸੀਂ ਪੜਾਂਗੇ ਦਿੱਲੀ ਦੇ ਬਾਰੇ, ਦਿੱਲੀ ਦੇ ਸੁਲਤਾਨਾਂ ਦੇ ਬਾਰੇ, ਦਿੱਲੀ ਦੇ ਉੱਪਰ ਕਿੰਨਾ ਲੋਕਾਂ ਦਾ ਰਾਜ ਰਿਹਾ ਉਸ ਸਮੇਂ ਦੇ ਦੌਰਾਨ। ਇਹ ਅਸੀਂ ਇਸ ਲੈਸਨ ਦੇ ਵਿੱਚ ਦੇਖਾਂਗੇ ਜੀ। ਤਾਂ ਸ਼ੁਰੂ ਕਰਦੇ ਹਾਂ ਜੀ ਸਾਡਾ ਲੈਸਨ ਦਿੱਲੀ ਦੇ ਸੁਲਤਾਨ। ਤਾਂ ਇਸ ਲੈਸਨ ਦੇ ਵਿੱਚ ਅਸੀਂ ਦਿੱਲੀ ਬਾਰੇ ਗੱਲ ਕਰਨੀ ਹੈ, ਸਾਰਾ ਦਿੱਲੀ ਤੇ ਉਸ ਦਾ ਆਸ-ਪਾਸ ਦਾ ਇਲਾਕਾ, ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਾਊਥ ਇੰਡੀਆ ਬਾਰੇ ਗੱਲ ਕਰੀ ਸੀ। ਅਸੀਂ ਦੇਖਿਆ ਸੀ ਕਿ ਸਾਊਥ ਇੰਡੀਆ ਜਿਹੜਾ ਉਸ ਦੇ ਉੱਪਰ ਇਹ ਵਾਲਾ ਪੋਰਸ਼ਨ, ਇਸ ਪੋਰਸ਼ਨ ਦੇ ਵਿੱਚ ਕਿਹਨਾਂ ਦਾ ਰਾਜ ਰਿਹਾ ਸੀ। ਦੇਖਿਆ ਕਿ ਚੌਲ ਡਾਇਨੈਸਟੀ ਸੀ, ਚੌਲ ਵੰਸ਼ ਸੀ, ਉਸ ਦਾ ਰਾਜ ਰਿਹਾ ਹੈਗਾ। ਉਹਨਾਂ ਨੇ ਰਾਜ ਕੀਤਾ। ਇਸ ਦੇ ਵਿੱਚ ਅਸੀਂ ਵਿਜਯਾਲਯ ਬਾਰੇ ਪੜ੍ਹਿਆ ਸੀ, ਜਿਨ੍ਹਾਂ ਨੇ ਕਾਵੇਰੀ ਪਟਨਮ ਦੇ ਵਿੱਚ ਮੁਟਿਆਰਾਂ ਨੂੰ ਹਰਾਇਆ ਸੀਗਾ। ਰਾਜਾ ਰਾਜ ਪਹਿਲਾ ਰਾਜਿੰਦਰ ਚੌਲ ਦੇ ਬਾਰੇ ਅਸੀਂ ਪੜ੍ਹੇਗਾ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਪੜਾਂਗੇ ਦਿੱਲੀ ਬਾਰੇ, ਦਿੱਲੀ ਦੇ ਉੱਪਰ ਕਿਹਨਾਂ ਦਾ ਰਾਜ ਰਿਹਾ ਤੇ ਉਹਨਾਂ ਦੀ ਐਡਮਿਨਿਸਟ੍ਰੇਟਿਵ ਹੈਗੀ ਉਹ ਕਿਵੇਂ ਦੀ ਰਹੀ ਹੈ ਤੇ ਕਿਹੜੇ ਨਿਰਮਾਣ ਨੇ ਜਿਹੜੇ ਇਸ ਸਮੇਂ ਦੇ ਦੌਰਾਨ ਹੋਏ ਸੀ। ਤਾਂ ਜਦੋਂ ਦਿੱਲੀ ਦੀ ਗੱਲ ਕਰਦੇ ਹਾਂ ਅਸੀਂ ਤਾਂ ਸਾਡੇ ਦਿਮਾਗ ਦੇ ਵਿੱਚ ਅਕਸਰ ਮੁਗਲ ਸਲਤਨਤ ਦਾ ਜਿਹੜਾ ਨਾਮ ਹੈ ਉਹ ਆ ਜਾਂਦਾ ਹੈਗਾ। ਪਰ ਮੁਗਲ ਸਲਤਨਤ ਤੋਂ ਪਹਿਲਾਂ ਵੀ ਦਿੱਲੀ ਕਾਫੀ ਫੇਮਸ ਰਹੀ ਹੈ ਆਪਣੇ ਨਾਮ ਨੂੰ ਲੈ ਕੇ, ਕਿਉਂਕਿ ਸਲਤਨਤ ਦੇ ਜਿਹੜੇ ਬਹੁਤ ਸਾਰੇ ਸੁਲਤਾਨ ਸੀਗੇ, ਬਹੁਤ ਸਾਰੇ ਵੰਸ਼ਾਂ ਨੇ ਇਸ ਤੇ ਰਾਜ ਕੀਤਾ ਹੈਗਾ, ਜਿਵੇਂ ਤੁਗਲਕ ਵੰਸ਼ ਹੋ ਗਿਆ, ਖਿਲਜੀ ਵੰਸ਼ ਹੋ ਗਿਆ, ਦਾਸ ਵੰਸ਼ ਹੋ ਗਿਆ। ਪਰ ਇਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਭਾਰਤੀ ਸ਼ਾਸਕ ਸੀ, ਭਾਰਤੀ ਰੂਲਰ ਸੀਗੇ, ਉਹ ਦਿੱਲੀ ਦੇ ਉੱਪਰ ਰਾਜ ਕਰਦੇ ਰਹੇ ਨੇ। ਤਾਂ ਦਿੱਲੀ ਦਾ ਜਿਹੜਾ ਨਾਮ ਹੈ ਉਹਨਾਂ ਤੋਂ ਸਟਾਰਟ ਹੋਇਆ ਸੀ, ਸ਼ੁਰੂਆਤ ਹੋਈ ਸੀ। ਤਾਂ ਅਸੀਂ ਇਸ ਚੀਜ਼ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਭਾਰਤੀ ਸ਼ਾਸਕਾਂ ਨੇ ਦਿੱਲੀ ਦੇ ਉੱਪਰ ਸ਼ੁਰੂਆਤੀ ਸਮੇਂ ਦੇ ਵਿੱਚ ਰਾਜ ਕੀਤਾ ਹੈਗਾ। ਬਾਅਦ ਦੇ ਵਿੱਚ ਦਿੱਲੀ ਸੁਲਤਾਨ ਸੀ ਜਿਹੜੇ ਤੁਰਕਾਂ ਤੋਂ ਆਏ ਸੀ, ਅਫਗਾਨ ਤੋਂ ਆਏ ਸੀ, ਉਹਨਾਂ ਨੇ ਰਾਜ ਕਰਨਾ ਸ਼ੁਰੂ ਕੀਤਾ। ਤਾਂ ਸਭ ਤੋਂ ਪਹਿਲਾ ਜਿਹੜਾ ਵੰਸ਼ ਸੀ ਜਿਹਨੇ ਦਿੱਲੀ ਦੇ ਉੱਪਰ ਰਾਜ ਕੀਤਾ, ਉਹਨਾਂ ਦੇ ਵਿੱਚ ਸੀ ਤੋਮਰਸ ਨੇ ਪਹਿਲਾਂ ਦਿੱਲੀ ਦੇ ਉੱਪਰ ਰਾਜ ਕੀਤਾ। ਤੋਮਰਾਂ ਦੇ ਵਿੱਚ ਅਨੰਗਪਾਲ ਜਾਂ ਫਿਰ ਅੰਗਪਾਲ, ਇਹ ਦੋ ਨਾਮਾਂ ਦੇ ਨਾਮ ਨਾਲ ਇੱਕ ਰਾਜਾ ਜਾਣਿਆ ਜਾਂਦਾ ਹੈਗਾ, ਜਿਸ ਨੇ ਕਿ 1130 ਤੋਂ ਲੈ ਕੇ 1145 ਦੇ ਵਿੱਚ ਜਿਹੜਾ ਸ਼ਾਸਨ ਕੀਤਾ ਹੈਗਾ। ਇਹ ਪਹਿਲਾ ਸ਼ਾਸਕ ਸੀ ਜਿਸ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ, ਇੱਕ ਕੈਪੀਟਲ ਬਣਾਇਆ। ਉਸ ਤੋਂ ਬਾਅਦ ਤੋਮਰਸ ਸੀ ਜਿਹੜੇ ਉਹਨਾਂ ਨੂੰ ਹਰਾਇਆ ਗਿਆ ਸੀ, ਕਿਸ ਦੇ ਦੁਆਰਾ? ਚੌਹਾਨਾਂ ਦੁਆਰਾ। ਇਹ ਉਹੀ ਚੌਹਾਨ ਨੇ ਜਿਨ੍ਹਾਂ ਨੂੰ ਕਈ ਵਾਰ ਚਾਹਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ। ਤੇ ਚੌਹਾਨਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ, ਅਜਮੇਰ ਦੇ ਇਲਾਕੇ ਦੇ ਵਿੱਚ ਸ਼ਾਸਨ ਕਰਦੇ ਸੀਗੇ ਤੇ ਦਿੱਲੀ ਦੇ ਵਿੱਚ ਆ ਕੇ ਇਹਨਾਂ ਨੇ ਤੋਮਰਸ ਨੂੰ ਹਰਾਇਆ ਸੀ ਤੇ ਦਿੱਲੀ ਤੇ ਕੰਟਰੋਲ ਸਥਾਪਿਤ ਕੀਤਾ ਸੀ ਆਪਣਾ। ਪ੍ਰਿਥਵੀ ਰਾਜ ਚੌਹਾਨ ਕਾਫੀ ਫੇਮਸ ਰਿਹਾ ਹੈਗਾ ਇਹਨਾਂ ਦਾ ਰਾਜਾ। ਉਹਨਾਂ ਨੇ ਰਾਜ ਸਮੇਂ ਕਾਫੀ ਚੀਜ਼ਾਂ ਇਹੋ ਜਿਹੀਆਂ ਹੋਈਆਂ ਨੇ। ਜਾਂ ਫਿਰ ਮੁਹੰਮਦ ਗੌਰੀ ਨਾਲ ਆਪਣੀਆਂ ਲੜਾਈਆਂ ਨੂੰ ਲੈ ਕੇ ਵੀ ਇਸ ਦਾ ਨਾਮ ਹੈ ਜਿਹੜਾ ਉਹ ਇਤਿਹਾਸ ਦੇ ਵਿੱਚ ਲਿਆ ਜਾਂਦਾ ਹੈਗਾ। ਉਹਨਾਂ ਦੀ ਅਸੀਂ ਬਾਅਦ ਦੇ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਦਿੱਲੀ ਸਲਤਨਤ ਦੇ ਜਿਹੜੇ ਹਿੰਦੂ ਰਾਜੇ ਸੀਗੇ, ਰਾਜਪੂਤ ਸ਼ਾਸਕ ਸੀ, ਉਹਨਾਂ ਦੇ ਸਮੇਂ ਦਿੱਲੀ ਕਿਸ ਤਰ੍ਹਾਂ ਦੀ ਸੀ, ਕੀ ਦਿੱਲੀ ਦੇ ਵਿੱਚ ਹੁੰਦਾ ਸੀਗਾ। ਤਾਂ 12ਵੀਂ ਸਦੀ ਦੇ ਵਿੱਚ ਤੋਮਰ ਤੇ ਚੌਹਾਨਾਂ ਦਾ ਰਾਜ ਸੀ ਦਿੱਲੀ ਦੇ ਉੱਪਰ। ਵਪਾਰਕ ਕੇਂਦਰ ਸੀ ਉਸ ਸਮੇਂ ਦਿੱਲੀ ਇੱਕ। ਬਹੁਤ ਸਾਰੇ ਜਿਹੜੇ ਵਪਾਰੀ ਸੀ ਦੂਰ ਦਰਾਡੇ, ਉਹ ਆਉਂਦੇ ਸੀ ਦਿੱਲੀ ਦੇ ਵਿੱਚ ਆ ਕੇ ਵਪਾਰ ਕਰਦੇ ਸੀ, ਚੀਜ਼ਾਂ ਦੀ ਵੇਚਿਆ ਜਾਂਦਾ ਸੀ, ਖਰੀਦਿਆ ਜਾਂਦਾ ਸੀ ਚੀਜ਼ਾਂ ਨੂੰ। ਜਿਹੜੇ ਵਪਾਰੀ ਸੀ ਮੇਨਲੀ ਜੈਨ ਧਰਮ ਨਾਲ ਸੰਬੰਧਿਤ ਸੀਗੇ। ਜੈਨ ਲੋਕ ਜਿਹੜੇ ਵਪਾਰ ਕਰਦੇ ਸੀਗੇ। ਉਸ ਸਮੇਂ ਦਿੱਲੀ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਕੇ ਬਣਾਏ ਜਾ ਰਹੇ ਸੀ ਤੇ ਉਹਨਾਂ ਸਿੱਕਿਆਂ ਨੂੰ ਇੱਕ ਖਾਸ ਨਾਮ ਦਿੱਤਾ ਗਿਆ ਸੀ, ਦਿੱਲੀਵਾਲ। ਇਹ ਇੱਕ ਇੰਪੋਰਟੈਂਟ ਟਰਮ ਹੈ ਜੀ, ਤਾਂ ਤੁਸੀਂ ਇਸ ਨੂੰ ਨੋਟ ਕਰ ਲਓਗੇ ਕਿ ਦਿੱਲੀਵਾਲ, ਇਹਨਾਂ ਸਿੱਕਿਆਂ ਨੂੰ ਇੱਕ ਨਾਮ ਦਿੱਤਾ ਗਿਆ ਸੀ, ਦਿੱਲੀ ਦੇ ਵਿੱਚ ਬਣਨ ਵਾਲੇ ਸਿੱਕੇ ਦਿੱਲੀਵਾਲ। ਤਾਂ ਇਹ ਕੁਝ ਚੀਜ਼ਾਂ ਸੀਗੀਆਂ। ਕਾਫੀ ਮੰਦਿਰਾਂ ਦਾ ਵੀ ਨਿਰਮਾਣ ਕਰਵਾਇਆ ਗਿਆ ਸੀ ਜੈਨ ਵਪਾਰੀਆਂ ਦੁਆਰਾ ਦਿੱਲੀ ਦੇ ਵਿੱਚ ਉਸ ਸਮੇਂ। ਤੇ ਜਦੋਂ ਚੌਹਾਨ ਵੰਸ਼ ਦਾ ਸ਼ਾਸਨ ਸੀ ਦਿੱਲੀ ਦੇ ਉੱਪਰ, ਤਾਂ ਇੱਕ ਹਮਲਾਵਰ ਜਿਹੜਾ ਕਿ ਤੁਰਕਿਸ਼ ਸੀਗਾ, ਅਫਗਾਨ ਤੋਂ ਆਇਆ ਸੀਗਾ, ਮੁਹੰਮਦ ਗੌਰੀ ਨੇ ਭਾਰਤ ਉੱਪਰ ਹਮਲੇ ਕਰਨੇ ਸ਼ੁਰੂ ਕੀਤੇ। ਉਸ ਤੋਂ ਪਹਿਲਾਂ ਮੁਹੰਮਦ ਗਜਨੀ ਅਟੈਕ ਕਰ ਚੁੱਕਿਆ ਸੀ, 17 ਵਾਰ ਲੁੱਟ ਕੇ ਲੈ ਚੁੱਕਿਆ ਸੀ ਭਾਰਤ ਨੂੰ।
ਪਰ ਮੁਹੰਮਦ ਗੌਰੀ ਸੀ ਜਿਹੜਾ ਉਹ ਲੁੱਟਣ ਦੇ ਨਾਲ ਇੱਥੇ ਇੱਕ ਆਪਣਾ ਮੁਸਲਿਮ ਸਮਰਾਜ ਵੀ ਸਥਾਪਿਤ ਕਰਨਾ ਚਾਹੁੰਦਾ ਸੀਗਾ। ਤਾਂ ਉਹ ਆਇਆ 1191 ਦੇ ਵਿੱਚ, ਉਸਨੇ ਦਿੱਲੀ ਦੇ ਉੱਪਰ ਹਮਲਾ ਕੀਤਾ। ਤਾਂ ਉਸਦਾ ਜਿਹੜਾ ਸਾਹਮਣਾ ਸੀ ਉਹ ਤਰਾਇਨ ਵਿਖੇ ਹੋਇਆ। ਕਿਸ ਦੇ ਨਾਲ? ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਤਾਂ ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਜੀ? 1191 ਦੇ ਵਿੱਚ, 1191। ਜਿਹੜੀ ਫਸਟ ਵਾਰ ਹੈ, ਪਹਿਲੀ ਲੜਾਈ ਹੈ, ਉਹ 1191 ਦੇ ਵਿੱਚ ਹੋਈ, ਜਿਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਬੁਰੀ ਤਰ੍ਹਾਂ ਹਰਾਤਾ ਸੀ। ਹਾਰਨ ਤੋਂ ਬਾਅਦ ਇਹ ਵਾਪਸ ਆਪਣੇ ਦੇਸ਼ ਚਲਾ ਗਿਆ ਸੀ ਤੇ ਉੱਥੇ ਜਾ ਕੇ ਇਸਨੇ ਫਿਰ ਤੋਂ ਦਿੱਲੀ ਨੂੰ ਜਿੱਤਣ ਦੀ ਜਿਹੜੀ ਤਿਆਰੀ ਸੀ ਉਹ ਸ਼ੁਰੂ ਕੀਤੀ। ਅਤੇ ਇੱਕ ਸਾਲ ਬਾਅਦ 1192 ਦੇ ਵਿੱਚ ਤਰਾਇਨ ਦੀ ਸੈਕਿੰਡ ਲੜਾਈ ਦੇ ਵਿੱਚ ਇਸਨੇ ਪ੍ਰਿਥਵੀ ਰਾਜ ਚੌਹਾਨ ਨੂੰ ਕੀ ਕੀਤਾ ਜੀ? ਹਰਾਇਆ ਅਤੇ ਦਿੱਲੀ ਤੇ ਉਸਦੇ ਆਸ-ਪਾਸ ਦੇ ਜਿਹੜੇ ਖੇਤਰ ਸੀ ਉਹਨਾਂ ਉੱਪਰ ਆਪਣਾ ਅਧਿਕਾਰ ਜਮਾ ਲਿਆ। ਤਾਂ ਇਸ ਨਾਲ ਰਾਜਪੂਤ ਜਿਹੜਾ ਵੰਸ਼ ਸੀਗਾ, ਸ਼ਾਸਕਾਂ ਦਾ ਵੰਸ਼ ਸੀ ਜਾਂ ਦਿੱਲੀ ਦੇ ਉੱਪਰ ਕੰਟਰੋਲ ਸੀ, ਉਹ ਖਤਮ ਹੋ ਗਿਆ ਸੀ ਤੇ ਹੁਣ ਕੰਟਰੋਲ ਕਿਹਦਾ ਆ ਗਿਆ ਸੀ? ਮੁਹੰਮਦ ਗੌਰੀ ਦਾ। ਇੱਕ ਤਰ੍ਹਾਂ ਨਾਲ ਤੁਰਕ ਸ਼ਾਸਕ ਸੀ ਜਿਹੜੇ ਹੁਣ ਉਹਨਾਂ ਦੇ ਹੱਥ ਦੇ ਵਿੱਚ ਸੀ ਦਿੱਲੀ। ਪਰ ਅਸਲੀ ਜਿਹੜਾ ਤੁਰਕ ਸ਼ਾਸਕ ਸੀ ਜਿਸ ਨੇ ਇਸ ਸਾਮਰਾਜ ਨੂੰ ਸਥਾਪਿਤ ਕੀਤਾ ਉਹ ਸੀ ਜੀ ਕੁਤਬਦੀਨ ਐਬਕ। 1206 ਦੇ ਵਿੱਚ 1206 ਦੇ ਵਿੱਚ ਇਹ ਸੁਲਤਾਨ ਬਣਿਆ ਕੁਤਬਦੀਨ ਐਬਕ। ਇਹ ਉਹੀ ਕੁਤਬਦੀਨ ਐਬਕ ਹੈ ਜਿਸ ਨੇ ਕਿ ਕੁਤਬ ਮੀਨਾਰ ਦਾ ਨਿਰਮਾਣ ਕਰਵਾਇਆ ਸੀਗਾ ਦਿੱਲੀ ਦੇ ਵਿੱਚ। ਸ਼ੁਰੂ ਕਰਵਾਤਾ ਸੀ ਤੇ ਖਤਮ ਉਸ ਨੂੰ ਕਿਸ ਨੇ ਕਰਵਾਇਆ ਸੀ? ਇਲਤੁਤਮਿਸ਼ ਨੇ, ਜੋ ਇਸ ਦਾ ਦਾਸ ਸੀ। ਅੱਗੇ ਬਾਅਦ ਦੇ ਵਿੱਚ ਸੁਲਤਾਨ ਬਣਿਆਗਾ, ਜਵਾਈ ਵੀ ਸੀ ਕੁਤਬਦੀਨ ਐਬਕ ਦਾ। ਤਾਂ ਹੁਣ ਪਰ ਇੱਥੇ ਇੱਕ ਚੀਜ਼ ਦੇਖਣ ਵਾਲੀ ਹੈ, ਆਪਣੇ ਦਿਮਾਗ 'ਚ ਆਉਂਦਾ ਹੈਗਾ ਕਿ ਕੁਤਬਦੀਨ ਐਬਕ ਜਿਹੜਾ 1206 ਦੇ ਵਿੱਚ ਸ਼ਾਸਕ ਬਣਿਆ, ਜਿਸ ਨੂੰ ਅਸੀਂ ਪਹਿਲਾ ਸਮਰਾਟ ਕਹਿੰਦੇ ਹਾਂ, ਪਹਿਲਾ ਸੁਲਤਾਨ ਕਹਿੰਦੇ ਹਾਂ ਦਿੱਲੀ ਦਾ। ਤਾਂ 1192 ਤੋਂ ਲੈ ਕੇ 1206 ਤੱਕ ਦਾ ਜਿਹੜਾ ਸਮਾਂ ਹੈਗਾ, ਇਸ ਦੇ ਵਿੱਚ ਕੌਣ ਰਾਜ ਕਰ ਰਿਹਾ ਸੀ? ਤਾਂ ਇਹ ਸਮਾਂ ਮੁਹੰਮਦ ਗੌਰੀ ਦਾ ਸਮਾਂ ਸੀ, ਕਿਉਂਕਿ ਉਸਨੇ ਸਹੀ ਤਰੀਕੇ ਨਾਲ ਇੱਥੇ ਰਾਜ ਨਹੀਂ ਕੀਤਾ। ਉਹ ਸਿਰਫ ਲੁੱਟਾਂ ਖੁਸਟਾਂ ਕਰ ਰਿਹਾ ਸੀ, ਮੰਦਿਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਤੇ ਇੱਥੋਂ ਦੀ ਜਿਹੜੀ ਧਨ ਦੌਲਤ ਉਸ ਨੂੰ ਆਪਣੇ ਦੇਸ਼ ਲਿਜਾ ਰਿਹਾ ਸੀ। ਤਾਂ ਇਹ ਉਸ ਦਾ ਸਮਾਂ ਸੀ ਮੁਹੰਮਦ ਗੌਰੀ ਦਾ 1192 ਤੋਂ ਲੈ ਕੇ 1206 ਤੱਕ। 1206 ਦੇ ਵਿੱਚ ਜਦੋਂ ਉਸ ਦੀ ਡੈਥ ਹੋਈ, ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਫਿਰ ਉਸ ਤੋਂ ਬਾਅਦ ਜਦੋਂ ਉਹਦੇ ਮਰਨ ਤੋਂ ਬਾਅਦ ਉਸਦਾ ਇੱਕ ਦਾਸ ਸੀ ਜਿਹੜਾ ਉਸਦੇ ਨਾਲ ਆਇਆ ਸੀਗਾ ਭਾਰਤ ਦੇ ਵਿੱਚ, ਜਿਸ ਦਾ ਨਾਮ ਸੀ ਕੁਤਬਦੀਨ ਐਬਕ। ਉਸਨੇ ਦਿੱਲੀ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਤੇ ਹੌਲੀ-ਹੌਲੀ ਆਪਣਾ ਜਿਹੜੀ ਪਕੜ ਹੈ ਮਜ਼ਬੂਤ ਕਰ ਲਈ ਸੀ ਤੇ ਆਪ ਸੁਲਤਾਨ ਹੁਣ ਉਹ ਬਣ ਗਿਆ ਸੀ। ਤਾਂ 1206 ਤੋਂ ਲੈ ਕੇ 1210 ਤੱਕ ਉਸਨੇ ਇੱਥੇ ਰਾਜ ਕੀਤਾ ਤੇ ਉਸ ਦੁਆਰਾ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਗਈ ਤੇ ਇੱਕ ਮਸਜਿਦ ਕੁਬਤ ਉਲ ਇਸਲਾਮ ਦਾ ਜਿਹੜਾ ਨਿਰਮਾਣ ਹੈ ਉਹ ਵੀ ਕੁਤਬਦੀਨ ਐਬਕ ਦੁਆਰਾ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਸ ਮਸਜਿਦ ਦੇ ਵਿੱਚ ਕਈ ਚੀਜ਼ਾਂ ਐਡ ਕੀਤੀਆਂ ਗਈਆਂ ਜਿਹੜੀਆਂ ਕਿ ਇਲਤੁਤਮਿਸ਼ ਅਤੇ ਫਿਰੋਜ਼ ਸ਼ਾਹ ਤੁਗਲਕ ਦੁਆਰਾ ਐਡ ਕੀਤੀਆਂ ਗਈਆਂ। ਹੁਣ ਅਸੀਂ ਗੱਲ ਕਰਦੇ ਹਾਂ ਜੀ ਦੂਸਰੇ ਸਮਰਾਟ ਦੀ। ਕੁਤਬਦੀਨ ਐਬਕ ਦੀ ਡੈਥ ਤੋਂ ਬਾਅਦ ਉਸਦਾ ਜਿਹੜਾ ਦਾਸ ਅਤੇ ਜਵਾਈ, ਪਹਿਲਾਂ ਦਾਸ ਸੀ ਫਿਰ ਜਵਾਈ ਬਣਿਆ, ਇਲਤੁਤਮਿਸ਼, ਉਹ ਰਾਜਾ ਬਣਿਆ 1210 ਦੇ ਵਿੱਚ ਤੇ ਉਸਨੇ ਰਾਜ ਕੀਤਾ 1236 ਤੱਕ। ਲਗਭਗ 26 ਸਾਲ ਦਾ ਜਿਹੜਾ ਸਮਾਂ ਸੀ ਇਲਤੁਤਮਿਸ਼ ਇੱਥੋਂ ਦਾ ਸਮਰਾਟ ਰਿਹਾ, ਸੁਲਤਾਨ ਰਿਹਾ। ਕਈ ਸਾਰੇ ਚੇਂਜਸ ਉਸਨੇ ਐਡਮਿਨਿਸਟ੍ਰੇਟਰ ਦੇ ਵਿੱਚ ਕੀਤੇ ਸੀਗੇ, ਬਹੁਤ ਸਾਰੇ ਨਵੀਆਂ ਚੀਜ਼ਾਂ ਉਸਨੇ ਐਡ ਕੀਤੀਆਂ। ਕਿਹੜੀਆਂ ਐਡ ਕੀਤੀਆਂ? ਜਿਵੇਂ ਬੰਦਗਾ ਕੀ ਸੀ? ਪਹਿਲਾਂ ਕੀ ਕਰਦੇ ਸੀ ਜਿਹੜੇ ਸੁਲਤਾਨ ਸੀ, ਉਹ ਜਿਹੜੇ ਸਾਮੰਤ ਹੁੰਦੇ ਸੀ, ਜ਼ਮੀਂਦਾਰ ਹੁੰਦੇ ਸੀ, ਅਮੀਰ ਲੋਕ ਹੁੰਦੇ ਸੀ ਆਪਣੇ ਰਾਜ ਦੇ, ਉਹਨਾਂ ਨੂੰ ਸੂਬੇਦਾਰ ਬਣਾਉਂਦੇ ਸੀ ਤੇ ਲੋੜ ਪੈਣ ਤੇ ਉਹਨਾਂ ਤੋਂ ਸੈਨਾ ਲੈਂਦੇ ਸੀਗੇ। ਸੈਨਾ ਆਉਂਦੀ ਸੀ ਉਹਨਾਂ ਦੀ ਤੇ ਸੁਲਤਾਨ ਦੀ ਮਦਦ ਕਰਦੀ ਸੀ ਯੁੱਧ ਦੇ ਵਿੱਚ। ਪਰ ਇਲਤੁਤਮਿਸ਼ ਨੂੰ ਇਹਨਾਂ ਜ਼ਮੀਂਦਾਰਾਂ ਤੇ ਜਾਂ ਇਹਨਾਂ ਸਮੰਤਾਂ ਤੇ ਇਹ ਕਹਿ ਲਈਏ ਕਿ ਯਕੀਨ ਨਹੀਂ ਸੀ। ਉਸ ਨੂੰ ਕਿਸ ਤੇ ਯਕੀਨ ਸੀ? ਆਪਣੇ ਜਿਹੜੇ ਵਿਸ਼ੇਸ਼ ਗੁਲਾਮ ਸੀਗੇ, ਵਿਸ਼ੇਸ਼ ਗੁਲਾਮਾਂ ਦੇ ਉੱਪਰ ਉਸ ਨੂੰ ਜ਼ਿਆਦਾ ਭਰੋਸਾ ਸੀ। ਤਾਂ ਉਸਨੇ ਇਹਨਾਂ ਦੀ ਜਗ੍ਹਾ ਤੇ ਵਿਸ਼ੇਸ਼ ਗੁਲਾਮਾਂ ਨੂੰ ਸੂਬੇਦਾਰ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਨ੍ਹਾਂ ਨੂੰ ਕੀ ਕਿਹਾ ਗਿਆ ਹੈਗਾ? ਬੰਦਗਾ ਕਿਹਾ ਗਿਆ। ਤਾਂ ਇਹਨਾਂ ਤੋਂ ਉਹ ਸੈਨਿਕ ਸੇਵਾਵਾਂ ਲੈਂਦਾ ਸੀ। ਜਿਹੜੇ ਇਹ ਬੰਦਗਾ ਹੁੰਦੇ ਸੀ ਇਹ ਆਪਣੇ ਸੁਲਤਾਨ ਦੇ ਪ੍ਰਤੀ ਬਹੁਤ ਜ਼ਿਆਦਾ ਵਫਾਦਾਰ ਹੁੰਦੇ ਸੀ। ਪਰ ਇਹਨਾਂ ਦੀ ਇੱਕ ਜਿਹੜੀ ਡੀਮੈਰਿਟ ਇਹ ਸੀ ਕਿ ਜਦੋਂ ਸੁਲਤਾਨ ਚੇਂਜ ਹੋ ਜਾਂਦਾ ਸੀ ਤਾਂ ਉਹ ਇਹਨਾਂ ਦੀ ਵਫਾਦਾਰੀ ਉਨੀ ਨਹੀਂ ਰਹਿੰਦੀ ਸੀ ਦੂਸਰੇ ਸੁਲਤਾਨਾਂ ਦੇ ਪ੍ਰਤੀ। ਤਾਂ ਉਸ ਤੋਂ ਬਾਅਦ ਇਲਤੁਤਮਿਸ਼ ਦੀ ਅਸੀਂ ਗੱਲ ਕਰ ਚੁੱਕੇ ਹਾਂ ਜੀ। ਫਿਰ ਇਲਤੁਤਮਿਸ਼ ਦੀ ਬੇਟੀ ਰਜ਼ੀਆ ਸੁਲਤਾਨਾ 1236 ਦੇ ਵਿੱਚ ਦਿੱਲੀ ਦੀ ਗੱਦੀ ਦੇ ਉੱਪਰ ਬੈਠੀ ਹੈ। ਇੱਕ ਟਰਨਿੰਗ ਪੁਆਇੰਟ ਹੈਗਾ
ਇੰਡੀਅਨ ਹਿਸਟਰੀ ਦਾ, ਕਿਉਂਕਿ ਉਹ ਇੱਕ ਔਰਤ ਸੀ ਤੇ ਪਹਿਲੀ ਵਾਰ ਕੋਈ ਔਰਤ ਗੱਦੀ ਦੇ ਉੱਪਰ ਬੈਠੀ ਸੀ, ਦਿੱਲੀ ਦੀ ਗੱਦੀ ਦੇ ਉੱਪਰ। ਅਤੇ ਇਸ ਦੇ ਬਾਰੇ ਕਾਫੀ ਸਾਰੇ ਜਿਹੜੇ ਵਿਚਾਰ ਨੇ, ਕਾਫੀ ਸਾਰੀਆਂ ਚੀਜ਼ਾਂ ਨੇ ਸਾਨੂੰ ਪੜ੍ਹਨ ਨੂੰ, ਸੁਣਨ ਨੂੰ ਇਤਿਹਾਸ ਦੇ ਵਿੱਚ ਮਿਲਦੀਆਂ ਨੇਗੀਆਂ। ਬਹੁਤ ਸਾਰੇ ਲੇਖਕਾਂ ਨੇ ਇਹਦੇ ਬਾਰੇ ਲਿਖਿਆ ਗਏ ਤੇ ਬਹੁਤ ਸਾਰੇ ਬਲੇਮ ਵੀ ਲਗਾਏ ਗਏ ਨੇ। षड्यंत्र ਬਹੁਤ ਸਾਰੇ ਉਸ ਸਮੇਂ ਦੇ ਜਿਹੜੇ ਲੋਕ ਸੀ ਇਸ ਦੇ ਖਿਲਾਫ ਕਰ ਰਹੇ ਸੀ, ਕਿਉਂਕਿ ਉਹ ਇਸ ਨੂੰ ਸਵੀਕਾਰ ਨਹੀਂ ਕਰ ਰਹੇ ਸੀ ਰਜ਼ੀਆ ਸੁਲਤਾਨਾ ਨੂੰ ਇੱਕ ਸੁਲਤਾਨ ਦੇ ਰੂਪ ਦੇ ਵਿੱਚ। ਉਸ ਸਮੇਂ ਦੇ ਪ੍ਰਸਿੱਧ ਲੇਖਕ ਮਿਨਹਾਜ ਸਿਰਾਜ, ਜਿਨ੍ਹਾਂ ਦੀ ਅਸੀਂ ਪਿਛਲੇ ਲੈਸਨ ਦੇ ਵਿੱਚ ਗੱਲ ਕੀਤੀ ਸੀ ਕਿ ਉਹਨਾਂ ਨੇ ਹਿੰਦੁਸਤਾਨ ਸ਼ਬਦ ਦਾ ਇਸਤੇਮਾਲ ਕੀਤਾ ਸੀ ਕਿਸ ਦੇ ਲਈ? ਭਾਰਤ ਦਾ ਜਿਹੜਾ ਪੰਜਾਬ, ਹਰਿਆਣਾ ਤੇ ਗੰਗਾ ਜਮਨਾ ਦਾ ਖੇਤਰ ਹੈ, ਉਸ ਖੇਤਰ ਦੇ ਲਈ ਇਹਨਾਂ ਨੇ ਹਿੰਦੁਸਤਾਨ ਸ਼ਬਦ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਅਸੀਂ ਪੂਰੇ ਭਾਰਤ ਵਜੋਂ ਜਾਣਦੇ ਹਾਂਗੇ ਕਿ ਹਿੰਦੁਸਤਾਨ ਪੂਰੇ ਭਾਰਤ ਦੇ ਨਾਮ ਨੂੰ ਡਿਨੋਟ ਕਰਦਾ ਹੈਗਾ, ਪਰ ਉਸ ਸਮੇਂ ਇਸ ਏਰੀਏ ਨੂੰ ਡਿਨੋਟ ਕਰਦਾ ਸੀ। ਤਾਂ ਉਸਨੇ ਵੀ ਇਹ ਕਿਹਾ ਹੈਗਾ ਕਿ ਜਿਹੜੀ ਰਜ਼ੀਆ ਸੁਲਤਾਨਾ ਹੈ ਉਹ ਆਪਣੇ ਸਾਰੇ ਭਰਾਵਾਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਯੋਗ ਸੀ, ਏਬਲ ਸੀ, ਪਰ ਫਿਰ ਵੀ ਉਹ ਉਸਨੂੰ ਇੱਕ ਸਮਰਾਟ ਦੇ ਰੂਪ ਦੇ ਵਿੱਚ, ਇੱਕ ਸੁਲਤਾਨ ਦੇ ਰੂਪ ਦੇ ਵਿੱਚ ਐਕਸੈਪਟ ਨਹੀਂ ਕਰ ਪਾ ਰਿਹਾ ਸੀ। ਇਹੀ ਹਾਲ ਦੂਸਰੇ ਦਰਬਾਰੀਆਂ ਦਾ ਸੀ, ਉਹ ਉਸ ਨੂੰ ਮਨਜ਼ੂਰੀ ਨਹੀਂ ਦੇ ਪਾ ਰਹੇ ਸੀ, ਉਸ ਦੇ ਖਿਲਾਫ षड्यंत्र ਰਚੇ ਜਾ ਰਹੇ ਸੀ ਤੇ ਇਸੇ ਕਰਕੇ ਉਸ ਨੂੰ 1240 ਦੇ ਵਿੱਚ ਮਰਵਾ ਦਿੱਤਾ ਗਿਆ, ਗੱਦੀ ਤੋਂ ਉਤਾਰ ਦਿੱਤਾ ਗਿਆ। 1240 ਦੇ ਵਿੱਚ ਗੱਦੀ ਤੋਂ ਹਟਾ ਦਿੱਤਾ ਗਿਆ ਸੀ ਉਸ ਨੂੰ। ਅਤੇ ਉਸ ਤੋਂ ਬਾਅਦ ਅਲੱਗ-ਅਲੱਗ ਜਿਹੜੇ ਸੁਲਤਾਨ ਆਏ, ਗੱਦੀ ਦੇ ਉੱਪਰ ਬੈਠੇ, ਜਾਂ ਜਿਹੜੇ ਅਯੋਗ ਸੀ ਜਾਂ ਫਿਰ ਉਹ ਕਠਪੁਤਲੀ ਬਣ ਕੇ ਰਹੇ ਦੂਸਰੇ ਲੋਕਾਂ ਦੀ, ਸਾਮੰਤਾਂ ਦੀ, ਜ਼ਮੀਂਦਾਰਾਂ ਦੀ, ਸੂਬੇਦਾਰਾਂ ਦੀ, ਅਮੀਰਾਂ ਦੀ ਕਠਪੁਤਲੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ। ਅਤੇ ਲਗਭਗ 16 ਸਾਲ ਦੇ ਵਕਫੇ ਬਾਅਦ ਇੱਕ ਜਿਹੜਾ ਮਜ਼ਬੂਤ ਸੁਲਤਾਨ ਸੀ ਉਹ 1266 ਦੇ ਵਿੱਚ ਦਿੱਲੀ ਨੂੰ ਮਿਲਿਆ, ਜਿਸ ਦਾ ਨਾਮ ਸੀ ਗਿਆਸੁਦੀਨ ਬਲਬਨ। ਇਸਨੇ 1266 ਤੋਂ ਲੈ ਕੇ 1287 ਤੱਕ ਰਾਜ ਕੀਤਾ ਹੈਗਾ ਦਿੱਲੀ ਦੇ ਉੱਪਰ, ਜਾਂ ਸੁਲਤਾਨ ਰਿਹਾ ਹੈਗਾ ਦਿੱਲੀ ਦਾ। ਤਾਂ ਉਸ ਸਮੇਂ ਇੱਕ ਹੋਰ ਜਿਹੜੀ ਚੀਜ਼ ਬਹੁਤ ਫੇਮਸ ਸੀ ਉਹ ਸੀ ਇਕਤਾਦਾਰ ਜਾਂ ਫਿਰ ਮੁਕਤੀ। ਇਕਤਾਦਾਰ ਜਾਂ ਮੁਕਤੀ ਕਿਸ ਨੂੰ ਕਿਹਾ ਜਾਂਦਾ ਹੈ, ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਮੰਨ ਲਓ ਇਹ ਇੱਕ ਪੂਰਾ ਖੇਤਰ ਹੈ ਜਿੱਥੇ ਇੱਕ ਸੁਲਤਾਨ ਰਾਜ ਕਰਦਾ ਹੈ। ਇਸ ਖੇਤਰ ਨੂੰ ਕਈ ਇਕਾਈਆਂ ਦੇ ਵਿੱਚ ਵੰਡ ਦਿੱਤਾ ਗਿਆ, ਭੂਗੋਲਿਕ ਖੇਤਰਾਂ ਦੇ ਵਿੱਚ, ਜੀਓਗ੍ਰਾਫੀਕਲ ਏਰੀਆ ਦੇ ਵਿੱਚ ਵੰਡ ਦਿੱਤਾ ਗਿਆ। ਜਿਵੇਂ ਆ ਛੋਟੇ ਛੋਟੇ ਭੂਗੋਲਿਕ ਖੇਤਰ ਨੇ, ਇਹਨਾਂ ਦੇ ਵਿੱਚ ਵੰਡਿਆ ਗਿਆ ਤੇ ਇਹਨਾਂ ਭੂਗੋਲਿਕ ਖੇਤਰਾਂ ਨੂੰ ਕੀ ਨਾਮ ਦਿੱਤਾ ਗਿਆ? ਇਕਤਾ। ਇਹਨਾਂ ਨੂੰ ਨਾਮ ਦਿੱਤਾ ਗਿਆ ਜੀ ਇਕਤਾ। ਤੇ ਇਕਤਾ ਦੇ ਉੱਪਰ ਕੰਟਰੋਲ ਕਰਨ ਵਾਲੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਇਕਤਾਦਾਰ ਜਾਂ ਫਿਰ ਮੁਕਤੀ ਕਿਹਾ ਜਾਂਦਾ ਸੀ। ਇਹ ਕੀ ਕਰਦੇ ਸੀ? ਇੱਥੋਂ ਟੈਕਸ ਇਕੱਠਾ ਕਰਦੇ ਸੀ, ਸੈਨਾ ਰੱਖਦੇ ਸੀ, ਸੈਨਾ ਨੂੰ ਤਨਖਾਹ ਦਿੰਦੇ ਸੀ ਅਤੇ ਲੋੜ ਪੈਣ ਤੇ ਸੁਲਤਾਨ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ। ਤਾਂ ਇਹ ਚੀਜ਼ਾਂ ਇਸ ਲੈਸਨ ਦੇ ਵਿੱਚ ਸੀਗੀਆਂ ਤੇ ਕਿਹੜੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਇਹ ਵੀ ਅਸੀਂ ਦੇਖਣਾ ਹੈਗਾ। ਇਸ ਸਮੇਂ ਦੇ ਦੌਰਾਨ 3 ਪ੍ਰਸਿੱਧ ਜਿਹੜੀਆਂ ਮਸਜਿਦਾਂ ਨੇ ਉਹਨਾਂ ਦਾ ਨਿਰਮਾਣ ਕਰਵਾਇਆ ਗਿਆ। ਵੈਸੇ ਤਾਂ ਬਹੁਤ ਸਾਰੀਆਂ ਨੇ ਪਰ ਪ੍ਰਸਿੱਧ 3। ਪਹਿਲੀ ਹੈ ਜੀ ਕੁਬਤ ਉਲ ਇਸਲਾਮ। ਕੁਬਤ ਉਲ ਇਸਲਾਮ ਦਾ ਜਿਹੜਾ ਨਿਰਮਾਣ ਹੈ ਉਹ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੁਤਬਦੀਨ ਐਬਕ ਨੇ ਕਰਵਾਇਆ ਸੀ, ਜਿਸ ਦੇ ਵਿੱਚ ਸੁਧਾਰ ਇਲਤੁਤਮਿਸ਼ ਅਤੇ ਫਿਰੋਜ਼ ਸ਼ਾਹ ਤੁਗਲਕ ਨੇ ਕਰਵਾਇਆ। ਬੇਗਮਪੁਰੀ ਮਸਜਿਦ ਦਾ ਨਿਰਮਾਣ ਹੈ ਜਿਹੜਾ ਉਹ ਮੁਹੰਮਦ ਤੁਗਲਕ ਦੇ ਸਮੇਂ ਹੋਇਆ ਸੀ। ਮੋਰ ਦੀ ਮਸਜਿਦ ਇਹ ਸਿਕੰਦਰ ਲੋਧੀ ਦੇ ਸਮੇਂ ਬਣਵਾਈ ਗਈ ਸੀ, ਪਰ ਬਣਵਾਈ ਸਿਕੰਦਰ ਲੋਧੀ ਦੇ ਇੱਕ ਮੰਤਰੀ ਦੇ ਦੁਆਰਾ ਗਈ ਸੀ। ਪਹਿਲੀ ਕੁਬਤ ਉਲ ਇਸਲਾਮ ਕੁਤਬਦੀਨ ਐਬਕ, ਬੇਗਮਪੁਰੀ ਮਸਜਿਦ ਮੁਹੰਮਦ ਤੁਗਲਕ ਦੇ ਸਮੇਂ ਅਤੇ ਮੋਰ ਦੀ ਮਸਜਿਦ ਸਿਕੰਦਰ ਲੋਧੀ ਦੇ ਸਮੇਂ ਉਸਦੇ ਇੱਕ ਮੰਤਰੀ ਦੇ ਦੁਆਰਾ। ਇਸ ਤੋਂ ਪਹਿਲਾਂ ਕੁਝ ਬਾਅਦ ਕੁਝ ਹੋਰ ਟਰਮਸ ਨੇ ਇਸ ਲੈਸਨ ਦੇ ਵਿੱਚ, ਉਹਨਾਂ ਦੀ ਗੱਲ ਕਰਦੇ ਹਾਂ। ਜਿਵੇਂ ਤਾਰੀਖ, ਹਿਸਟੋਰੀਅਨ ਸੀ ਜਿਹੜੇ ਉਹ ਲਿਖਦੇ ਸੀ ਤਾਂ ਸਮੇਂ ਦੇ ਅਨੁਸਾਰ ਤਾਰੀਖ ਨਾਮ ਦਾ ਜਿਹੜਾ ਸ਼ਬਦ ਆ ਉਹ ਇਸਤੇਮਾਲ ਕਰਦੇ ਸੀ। ਉਸ ਤੋਂ ਬਾਅਦ ਗੈਰੀਸਨ ਨਗਰ। ਗੈਰੀਸਨ ਨਗਰ ਉਹ ਜਾਂ ਗੈਰੀਸਨ ਟਾਊਨ ਉਹ ਟਾਊਨ ਹੁੰਦੇ ਸੀ ਜਿੱਥੇ ਕਿ ਸੈਨਾ ਨੂੰ ਰੱਖਿਆ ਜਾਂਦਾ ਸੀ ਜਾਂ ਸੈਨਿਕ ਰਹਿੰਦੇ ਸੀ ਅਤੇ ਉਹ ਆਲੇ ਦੁਆਲੇ ਤੋਂ ਫੋਰਟੀਫਾਈਡ ਕਿਲ੍ਹਾਬੰਦ ਹੁੰਦੀ ਸੀਗੀ, ਉਹਨਾਂ ਨੂੰ ਗੈਰੀਸਨ ਟਾਊਨ ਕਿਹਾ ਜਾਂਦਾ ਸੀ। 12ਵੀਂ ਜਾਂ 13ਵੀਂ ਸਦੀ ਦੇ ਵਿੱਚ ਦਿੱਲੀ ਦੇ ਆਸ-ਪਾਸ ਇਸ ਤਰ੍ਹਾਂ ਦੇ ਬਹੁਤ ਨਗਰ ਸੀ ਜਿਹੜੇ ਉਹ ਬਣੇ ਸੀ। ਉਸ ਤੋਂ ਬਾਅਦ ਇੱਕ ਇੰਪੋਰਟੈਂਟ ਜਿਹੜੀ ਟਰਮ ਇਹਦੇ ਵਿੱਚ ਹੈ ਜੀ ਸਰਕਲ ਆਫ ਜਸਟਿਸ। ਸਰਕਲ ਆਫ ਜਸਟਿਸ ਇਹ ਦੀ ਗੱਲ ਕੀਤੀ ਗਈ ਹੈ। ਇਹ ਕੀ ਹੈ? ਮੁਹੰਮਦ ਗੌਰੀ ਦੇ ਸਮੇਂ ਇੱਕ ਲੇਖਕ ਹੋਏ ਸੀ ਫਖਰ-ਏ-ਮੁਦਾਵਿਰ। ਉਹਨਾਂ ਦਾ ਨਾਮ ਕੀ ਸੀਗਾ? ਫਖਰ-ਏ-ਮੁਦਾਵਿਰ। ਤਾਂ ਮੁਹੰਮਦ ਗੌਰੀ ਦੇ ਸਮੇਂ ਹੋਏ ਸੀ, ਫਾਰਸੀ ਲੇਖਕ ਸੀਗੇ। ਤਾਂ ਉਹਨਾਂ ਨੇ ਇੱਕ ਟਰਮ ਦਿੱਤੀ ਸੀ ਸਰਕਲ ਆਫ ਜਸਟਿਸ। ਸਰਕਲ ਆਫ ਜਸਟਿਸ ਹੈ ਕੀ? ਸਰਕਲ ਆਫ ਜਸਟਿਸ ਦੇ ਵਿੱਚ ਇੱਕ ਦੱਸਿਆ ਗਿਆ ਕਿ ਜਿਹੜੇ ਰਾਜਾ ਹੈ ਜਾਂ ਸੁਲਤਾਨ ਹੈ
ਉਹ ਆਪਣੀ ਪ੍ਰਜਾ ਨਾਲ ਕਿਵੇਂ ਇੰਟਰਲਿੰਕਡ ਹੈ, ਇੰਟਰਕਨੈਕਟਡ ਹੈ। ਦੇਖੋ ਉਹਨਾਂ ਨੇ ਕਿਹਾ ਸੀ ਰਾਜਾ ਤਾਂ ਹੀ ਖੁਸ਼ਹਾਲ ਜਾਂ ਮਜ਼ਬੂਤ ਹੋ ਸਕਦਾ ਹੈ ਜੇ ਉਸਦੀ ਸੈਨਾ ਖੁਸ਼ਹਾਲ ਜਾਂ ਮਜ਼ਬੂਤ ਹੋਵੇਗੀ। ਸੈਨਾ ਤਾਂ ਹੀ ਖੁਸ਼ਹਾਲ ਹੋਵੇਗੀ ਜੇ ਉਸ ਨੂੰ ਵਧੀਆ ਸੈਲਰੀ, ਵਧੀਆ ਤਨਖਾਹ ਮਿਲੇਗੀ। ਤਨਖਾਹ ਤਾਂ ਵਧੀਆ ਮਿਲੇਗੀ ਜੇ ਉੱਥੋਂ ਦੇ ਜਿਹੜੇ ਕਿਸਾਨ ਨੇ ਉਹ ਟੈਕਸ ਵਧੀਆ ਦੇਣਗੇ, ਕਿਉਂਕਿ ਜ਼ਿਆਦਾਤਰ ਕਿਸਾਨ ਟੈਕਸ ਹੈ ਜਿਹੜਾ ਉਹ ਕਿਸਾਨਾਂ ਤੋਂ ਹੀ ਲਿਆ ਜਾਂਦਾ ਸੀ। ਕਿਸਾਨ ਨੇ ਤਾਂ ਟੈਕਸ ਵਧੀਆ ਦੇਣਗੇ ਜੇ ਉੱਥੋਂ ਦਾ ਜਿਹੜਾ ਰਾਜ ਹੈ ਖੁਸ਼ਹਾਲ ਹੋਊਗਾ। ਰਾਜ ਤਾਂ ਖੁਸ਼ਹਾਲ ਹੋਊਗਾ ਜੇ ਉੱਥੋਂ ਦਾ ਜਿਹੜਾ ਰਾਜਾ ਹੈਗਾ ਉਹ ਵਧੀਆ ਹੋਵੇਗਾ। ਤਾਂ ਇਹ ਸਾਰੀਆਂ ਚੀਜ਼ਾਂ ਆਪਸ ਦੇ ਨਾਲ ਜੁੜੀਆਂ ਹੋਈਆਂ ਨੇ। ਇਸੇ ਨਿਯਮ ਨੂੰ ਹੀ ਸਰਕਲ ਆਫ ਜਸਟਿਸ ਹੈ ਜਿਹੜਾ ਉਹ ਕਿਹਾ ਗਿਆ। ਹਾਂਜੀ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਲੇਖਾ ਅਧਿਕਾਰੀ ਦੀ। ਇਕਤਾਦਾਰਾਂ ਤੱਕ ਅਸੀਂ ਕਰਿਆ ਸੀ। ਲੇਖਾ ਅਧਿਕਾਰੀ ਕੌਣ ਸੀ? ਜਿਹੜੇ ਇਕਤਾਦਾਰ ਸੀਗੇ, ਕਈ ਵਾਰ ਕੀ ਕਰਦੇ ਸੀ ਉਹ ਇਕਤਾਦਾਰ ਆਪਣੇ ਆਪ ਨੂੰ ਮਜ਼ਬੂਤ ਇੰਨਾ ਬਣਾ ਲੈਂਦੇ ਸੀ ਕਿ ਉਹ ਬਗਾਵਤ ਕਰਨ ਦੀ ਕੋਸ਼ਿਸ਼ ਕਰਦੇ ਸੀ। ਤਾਂ ਉਹਨਾਂ ਤੇ ਕੰਟਰੋਲ ਕਰਨ ਦੇ ਲਈ ਇੱਕ ਲੇਖਾ ਅਧਿਕਾਰੀ ਵੀ ਰੱਖਿਆ ਗਿਆ ਸੀ। ਲੇਖਾ ਅਧਿਕਾਰੀ ਉਹ ਵਿਅਕਤੀ ਹੁੰਦੇ ਸੀਗੇ, ਉਹ ਪੋਸਟ ਸੀ ਜਿਹੜੇ ਕਿ ਇਕਤਿਆਂ ਦੁਆਰਾ ਜਿਹੜਾ ਟੈਕਸ ਇਕੱਠਾ ਕੀਤਾ ਜਾਂਦਾ ਸੀ ਇਕਤਾਦਾਰਾਂ ਦੁਆਰਾ, ਉਹਨਾਂ ਦਾ ਹਿਸਾਬ ਕਿਤਾਬ ਰੱਖਦੇ ਸੀ। ਇੱਕ ਤਰ੍ਹਾਂ ਨਾਲ ਅਕਾਊਂਟੈਂਟ ਸੀ ਇਹ। ਤੇ ਇਹ ਦੇਖਦੇ ਸੀ ਵੀ ਜਿੰਨੀ ਸੰਖਿਆ ਉਹਨਾਂ ਨੂੰ ਦਿੱਤੀ ਗਈ ਹੈਗੀ ਸੈਨਿਕ ਰੱਖਣ ਦੇ ਲਈ, ਉਹਨੇ ਹੀ ਉਹ ਸੈਨਿਕ ਰੱਖ ਰਹੇ ਨੇ ਜਾਂ ਨਹੀਂ, ਉਸ ਤੋਂ ਜ਼ਿਆਦਾ ਤਾਂ ਨਹੀਂ ਰੱਖ ਰਹੇ ਕਿਤੇ। ਜਾਂ ਫਿਰ ਤੀਸਰਾ ਕੰਮ ਇਹਨਾਂ ਦਾ ਜਿਹੜਾ ਹੁੰਦਾ ਸੀ ਉਹ ਟਰਾਂਸਫਰ ਇਹ ਕਰਦੇ ਸੀਗੇ, ਇੱਕ ਇਕਤਾਦਾਰ ਨੂੰ ਦੂਸਰੇ ਇਕਤੇ ਦੇ ਵਿੱਚ, ਦੂਸਰੇ ਇਕਤਾਦਾਰ ਨੂੰ ਤੀਸਰੇ ਇਕਤੇ ਦੇ ਵਿੱਚ, ਇਸ ਤਰ੍ਹਾਂ ਨਾਲ ਇਹ ਟਰਾਂਸਫਰ ਉਹਨਾਂ ਦੀ ਕਰਦੇ ਰਹਿੰਦੇ ਸੀ। ਤਾਂ ਲੇਖਾ ਅਧਿਕਾਰੀ ਹਿਸਾਬ ਕਿਤਾਬ ਰੱਖਣ ਵਾਲਾ ਅਧਿਕਾਰੀ ਸੀ, ਟੈਕਸ ਦਾ ਹਿਸਾਬ ਕਿਤਾਬ ਰੱਖਦਾ ਸੀਗਾ। ਇਹ ਦੇਖਦਾ ਸੀ ਉਹ ਸਹੀ ਮਾਇਨੇ ਦੇ ਵਿੱਚ ਕਿੰਨੇ ਸੈਨਿਕ ਰੱਖ ਰਹੇ ਨੇ, ਤੇ ਤੀਸਰਾ ਉਹਨਾਂ ਦੇ ਟਰਾਂਸਫਰ ਕਰਦਾ ਸੀ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਖਿਲਜੀ ਵੰਸ਼ ਦੀ। ਖਿਲਜੀ ਵੰਸ਼ ਹੈ ਜਿਹੜਾ ਉਹ ਸਾਡਾ ਜਲਾਲੁਦੀਨ ਖਿਲਜੀ ਤੋਂ ਸ਼ੁਰੂ ਹੁੰਦਾ ਹੈਗਾ। ਅਸੀਂ ਦੇਖਿਆ ਹੈਗਾ ਗੈਸੂਦੀਨ ਬਲਬਨ ਸੀ ਜਿਹੜਾ 1290-87 ਤੱਕ ਉਸਨੇ ਸ਼ਾਸਨ ਕੀਤਾ। ਤਾਂ ਜਲਾਲੁਦੀਨ ਖਿਲਜੀ 1290 ਦੇ ਵਿੱਚ ਸ਼ਾਸਕ ਬਣਿਆ ਸੀ। 1296 ਦੇ ਵਿੱਚ ਕੀ ਸੀ, ਇਸਨੇ ਸ਼ਾਸਨ ਕੀਤਾ ਸੀ। ਉਸ ਤੋਂ ਬਾਅਦ ਜਿਹੜਾ ਇਸਦਾ ਜਵਾਈ ਸੀ ਅਲਾਉਦੀਨ ਖਿਲਜੀ, ਉਸਨੇ ਇਸ ਨੂੰ ਮਾਰ ਕੇ ਆਪ ਗੱਦੀ ਹਥਿਆ ਲਈ ਸੀ ਤੇ ਸੁਲਤਾਨ ਬਣ ਗਿਆ ਸੀ 1296 ਦੇ ਵਿੱਚ। ਅਲਾਉਦੀਨ ਖਿਲਜੀ ਦਾ ਜਿਹੜਾ ਟਾਈਮ ਪੀਰੀਅਡ ਹੈ, ਸਲਤਨਤ ਪੀਰੀਅਡ ਹੈ, ਉਸ ਉੱਤੇ ਕਾਫੀ ਸਟੱਡੀ ਕੀਤੀ ਜਾਂਦੀ ਹੈ, ਕਿਉਂਕਿ ਕਾਫੀ ਸਾਰੇ ਇਸਨੇ ਬਦਲਾਵ ਆਪਣੇ ਸ਼ਾਸਨ ਦੇ ਵਿੱਚ ਜਾਂ ਐਡਮਿਨਿਸਟ੍ਰੇਟਿਵ ਦੇ ਵਿੱਚ ਕੀਤੇ ਸੀ। ਸੁਧਾਰ ਵੀ ਕਹਿ ਸਕਦੇ ਹਾਂ ਉਹਨਾਂ ਨੂੰ, ਬਦਲਾਵ ਵੀ ਕਹਿ ਸਕਦੇ ਹਾਂ ਜੀ। ਉਦੋਂ ਜਿਹੜਾ ਟੈਕਸ ਵਗੈਰਾ ਲਿਆ ਜਾਂਦਾ ਸੀ ਉਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ। ਪਹਿਲੀ ਗੱਲ ਤਾਂ ਇਹ ਟੈਕਸ ਹੁਣ ਰਾਜ ਦੇ ਅਧੀਨ ਹੋ ਗਿਆ ਸੀ। ਪਹਿਲਾਂ ਕੌਣ ਇਕੱਠਾ ਕਰਦਾ ਸੀ? ਇਕਤਾਦਾਰ ਇਕੱਠਾ ਕਰਦੇ ਸੀ ਟੈਕਸ। ਹੁਣ ਜਿਹੜਾ ਸ਼ਾਸਕ ਹੈ, ਸੁਲਤਾਨ ਹੈ, ਉਹ ਖੁਦ ਟੈਕਸ ਇਕੱਠਾ ਕਰਨ ਲੱਗ ਗਿਆ ਸੀ ਤੇ ਜ਼ਮੀਂਦਾਰ ਸੀ ਜਿਹੜੇ ਉਹਨਾਂ ਤੋਂ ਵੀ ਟੈਕਸ ਇਕੱਠਾ ਕੀਤਾ ਜਾਂਦਾ ਸੀ। ਪਹਿਲਾਂ ਇਹ ਟੈਕਸ ਤੋਂ ਫ੍ਰੀ ਕਰ ਹੁੰਦੇ ਸੀ ਇਹ, ਹੁਣ ਇਹਨਾਂ ਤੋਂ ਵੀ ਟੈਕਸ ਇਕੱਠਾ ਕੀਤਾ ਜਾਣ ਲੱਗਾ ਸੀ। 3 ਤਰ੍ਹਾਂ ਦੇ ਟੈਕਸ ਸੀ ਜੀ। ਸਭ ਤੋਂ ਪਹਿਲਾਂ ਖੇਤੀ ਦੇ ਉੱਪਰ ਸਭ ਤੋਂ ਜ਼ਿਆਦਾ ਟੈਕਸ ਖੇਤੀ ਦੇ ਉੱਪਰ ਸੀ, ਫਸਲਾਂ ਦੇ ਉੱਪਰ, ਜਿਸ ਨੂੰ ਕਿ ਖਿਰਾਜ ਕਿਹਾ ਜਾਂਦਾ ਸੀ। ਇਸ ਟੈਕਸ ਨੂੰ ਕੀ ਕਿਹਾ ਜਾਂਦਾ ਸੀ? ਖਿਰਾਜ ਕਿਹਾ ਜਾਂਦਾ ਸੀ। ਤੇ ਪੂਰੀ ਪ੍ਰੋਡਕਸ਼ਨ ਦਾ 50% ਹੁੰਦਾ ਸੀ। ਜਿੰਨੀ ਵੀ ਪ੍ਰੋਡਕਸ਼ਨ ਹੁੰਦੀ ਸੀ ਉਸ ਦਾ 50% ਕੀ ਲੈ ਲਿਆ ਜਾਂਦਾ ਸੀ? ਟੈਕਸ। ਖੇਤੀ ਦੇ ਉੱਪਰ, ਖੇਤੀ ਦੀ 50% ਪ੍ਰੋਡਕਸ਼ਨ ਦਾ ਟੈਕਸ ਰਾਜ ਲੈ ਜਾਂਦਾ ਸੀ। ਦੂਸਰਾ ਸੀ ਮਵੇਸ਼ੀਆਂ ਦੇ ਉੱਪਰ, ਜਿਹੜੇ ਪਸ਼ੂ ਪਾਲਦੇ ਸੀ ਲੋਕ, ਉਹਨਾਂ ਤੋਂ ਟੈਕਸ ਲਿਆ ਜਾਂਦਾ ਸੀ। ਤੇ ਤੀਸਰਾ ਸੀ ਹਾਊਸ ਟੈਕਸ, ਘਰਾਂ ਦੇ ਉੱਪਰ ਵੀ ਟੈਕਸ ਲਗਾਇਆ ਜਾਂਦਾ ਸੀ। ਅਲਾਉਦੀਨ ਖਿਲਜੀ ਇਹਨੇ ਕੜਾ ਦੇ ਵਿੱਚ ਇਹਨਾਂ ਨੂੰ ਮਾਰ ਕੇ ਜਿਹੜਾ ਗੱਦੀ ਹਥਿਆਈ ਸੀ, ਤੇ ਸੁਧਾਰ ਜਿਹੜੇ ਕੀਤੇ ਸੀ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਮੰਗੋਲਾਂ ਬਾਰੇ ਗੱਲ ਕਰਦੇ ਹਾਂ, ਕਿਉਂਕਿ ਉਸ ਸਮੇਂ ਦੌਰਾਨ ਦਿੱਲੀ ਸਲਤਨਤ ਨੂੰ ਕਈ ਵਾਰ ਮੰਗੋਲਾਂ ਦੇ ਜਿਹੜੇ ਹਮਲੇ ਸੀ ਉਹ ਝੱਲਣੇ ਪਏ ਸੀ। ਮੰਗੋਲ ਪ੍ਰਜਾਤੀ ਦੇ ਜਿਹੜੇ ਲੋਕ ਸੀ ਉਹ ਕੌਣ ਸੀਗੇ? ਚੰਗੇਜ਼ ਖਾਨ ਉਹਨਾਂ ਦਾ ਨੇਤਾ ਸੀ। 1219 ਦੇ ਵਿੱਚ ਇਹਨਾਂ ਨੇ ਕੀ ਕੀਤਾ? ਟ੍ਰਾਂਸਆਕਸ਼ੀਆਨਾ ਉਜ਼ਬੇਕਿਸਤਾਨ ਦੇ ਉੱਪਰ ਹਮਲਾ ਕੀਤਾ, ਉਸ ਨੂੰ ਜਿੱਤ ਲਿਆ ਸੀ। ਤੇ ਉਸ ਤੋਂ ਬਾਅਦ ਦਿੱਲੀ ਸਲਤਨਤ ਦੇ ਉੱਪਰ ਇਹਨਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਸੀ। ਅਲਾਉਦੀਨ ਖਿਲਜੀ ਦੇ ਸਮੇਂ 2 ਹਮਲੇ ਹੋਏ ਸੀ ਮੰਗੋਲਾਂ ਦੇ। ਪਹਿਲਾ ਹੋਇਆ ਸੀ 1299-1300 ਦੇ ਵਿੱਚ, ਦੂਸਰਾ 1302 ਤੋਂ 1303 ਦੇ ਵਿੱਚ। ਦੋਨੋਂ ਹੀ ਨਾਕਾਮ ਕਰਤੇ ਸੀ ਅਲਾਉਦੀਨ ਖਿਲਜੀ ਨੇ, ਕਿਉਂਕਿ ਇਸ ਦਾ ਜਿਹੜਾ ਸ਼ਾਸਨ ਸੀ ਬਹੁਤ ਮਜ਼ਬੂਤ ਸੀ। ਇਸਨੇ ਕੁਝ ਚੇਂਜਸ ਕੀਤੇ ਸੀ। ਕਿਵੇਂ? ਇੱਕ ਤਾਂ ਇਸਨੇ ਆਪਣੇ ਸ਼ਾਸਨ ਦੇ ਵਿੱਚ ਸੀਰੀ ਨਾਮਕ ਇੱਕ ਗੈਰੀਸਨ ਨਗਰ ਵਸਾਇਆ ਸੀ ਦਿੱਲੀ ਦੇ ਕੋਲ,
ਜਿੱਥੇ ਸੈਨਿਕ ਰੱਖੇ ਜਾਂਦੇ ਸੀ। ਦੂਸਰਾ, ਆਪਣੇ ਸੈਨਿਕਾਂ ਨੂੰ ਕੈਸ਼ ਦੇ ਵਿੱਚ ਸੈਲਰੀ ਦੇਣੀ ਸ਼ੁਰੂ ਕਰ ਦਿੱਤੀ ਸੀ, ਨਕਦ ਵੇਤਨ ਸ਼ੁਰੂ ਕਰ ਦਿੱਤਾ ਸੀ। ਤੀਸਰਾ, ਇਸਨੇ ਬਾਜ਼ਾਰ ਤੇ ਕੰਟਰੋਲ ਕਰ ਲਿਆ ਸੀ, ਕੀਮਤਾਂ ਨੂੰ ਵਧਣ ਤੋਂ ਰੋਕਤਾ ਸੀ। ਬਾਜ਼ਾਰ ਤੇ ਇੰਨਾ ਕੁ ਕੰਟਰੋਲ ਸੀ ਕਿ ਕੋਈ ਵੀ ਜਿਹੜਾ ਵਿਅਕਤੀ ਸੀ, ਜੇ ਉਹ ਵੱਧ ਤੋਲ ਲੈਂਦਾ ਸੀਗਾ ਕੋਈ ਚੀਜ਼, ਜਾਂ ਜਿੰਨਾ ਵੀ ਉਹ ਚੂਨਾ ਲਾਉਂਦਾ ਸੀ ਲੋਕਾਂ ਨੂੰ, ਇਹ ਕਿਹਾ ਜਾਂਦਾ ਸੀ ਕਿ ਉਨਾ ਹੀ ਉਸਦਾ ਜਿਹੜਾ ਮਾਸ ਹੈ ਉਹ ਉਸਦੇ ਸਰੀਰ ਚੋਂ ਖਿੱਚ ਲਿਆ ਜਾਂਦਾ ਸੀ। ਤਾਂ ਲੋਕ ਬਹੁਤ ਡਰ ਗਏ ਸੀ, ਕੀਮਤਾਂ ਬਿਲਕੁਲ ਸਟੇਬਲ ਹੋ ਗਈਆਂ ਸੀ। ਤਨਖਾਹ ਜਿੰਨੀ ਕੁ ਮਿਲਦੀ ਸੀ ਉਹਨਾਂ ਦੇ ਵਿੱਚ ਇਹ ਦੇਖਿਆ ਜਾਂਦਾ ਸੀ ਕਿ ਸੈਨਿਕਾਂ ਦਾ ਜਿਹੜਾ ਗੁਜ਼ਾਰਾ ਉਹ ਵਧੀਆ ਹੋ ਸਕੇ। ਤਾਂ 2 ਹਮਲੇ ਮੁਹੰਮਦ ਤੁਗਲਕ ਦੇ ਸਮੇਂ ਹੋਏ ਸੀ, ਉਦੋਂ ਮੰਗੋਲਾਂ ਦੇ, ਮੁਹੰਮਦ ਤੁਗਲਕ ਦੇ ਸਮੇਂ। ਤਾਂ ਜਿਹੜਾ ਮੁਹੰਮਦ ਤੁਗਲਕ ਸੀਗਾ, ਇਹ ਵੀ ਕਾਫੀ ਪ੍ਰਸਿੱਧ ਰਾਜਾ ਰਿਹਾ ਹੈਗਾ, ਜਿਸ ਨੂੰ ਕਈ ਵਾਰ ਮੂਰਖ ਬਾਦਸ਼ਾਹ ਦੇ ਨਾਮ, ਮੁਹੰਮਦ ਬਿਨ ਤੁਗਲਕ, ਸੌਰੀ, ਇਹ ਮੁਹੰਮਦ ਤੁਗਲਕ 2324 ਤੋਂ ਲੈ ਕੇ 51 ਤੱਕ ਇਸਨੇ ਰਾਜ ਕੀਤਾ ਹੈਗਾ। ਇਸ ਦੇ ਸਮੇਂ 2 ਜਿਹੜੇ ਹਮਲੇ ਮੰਗੋਲਾਂ ਦੇ ਹੋਏ ਸੀ ਜੋ ਕਿ ਨਾਕਾਮ ਹੋ ਗਏ ਸੀਗੇ। ਮੰਗੋਲਾਂ ਨੂੰ ਹਾਰ ਦਾ ਮੂੰਹ ਦੇਖ ਕੇ ਵਾਪਸ ਜਾਣਾ ਪਿਆ ਸੀ ਦੋਨਾਂ ਸੁਲਤਾਨਾਂ ਦੇ ਵਾਰੀ। ਪਰ ਦੋਨਾਂ ਦੇ ਵਿੱਚ ਇੱਕ ਥੋੜਾ ਜਿਹਾ ਫਰਕ ਸੀ। ਉਹ ਕੀ ਸੀਗਾ ਕਿ ਅਲਾਉਦੀਨ ਖਿਲਜੀ ਥੋੜਾ ਡਿਫੈਂਸਿਵ ਖੇਡ ਰਿਹਾ ਸੀ, ਇਹ ਆਪਣੀ ਰਾਜ ਦੀ ਰੱਖਿਆ ਕਰਦਾ ਸੀ, ਮੰਗੋਲਾਂ ਨੂੰ ਹਰਾ ਕੇ ਵਾਪਸ ਭੇਜ ਦਿੰਦਾ ਸੀ, ਉਹਨਾਂ ਦੇ ਮਗਰ ਨਹੀਂ ਸੀ ਜਾਂਦਾ। ਪਰ ਮੁਹੰਮਦ ਤੁਗਲਕ ਸੀ ਜਿਹੜਾ, ਇਹ ਮੰਗੋਲਾਂ ਨੂੰ ਜਿੱਤਣ ਦੀ ਜਿਹੜੀ ਯੋਜਨਾ ਉਹ ਬਣਾ ਰਿਹਾ ਸੀਗਾ। ਤਾਂ ਇਹਨਾਂ ਦੇ ਵਿੱਚ ਇਹ ਫਰਕ ਸੀਗਾ। ਇਹਨਾਂ ਨੇ ਵੀ, ਖਿਲਜੀ ਨੇ ਵੀ ਕੈਸ਼ ਸੈਲਰੀ ਦੇਣੀ ਸ਼ੁਰੂ ਕਰ ਦਿੱਤੀ ਸੀ ਆਪਣੇ ਸੈਨਿਕਾਂ ਨੂੰ, ਮੁਹੰਮਦ ਤੁਗਲਕ ਨੇ ਵੀ। ਇਸਨੇ ਵੀ ਟੈਕਸ ਨੂੰ ਆਪਣੇ ਅਧੀਨ ਕਰ ਲਿਆ ਸੀ, ਤਾਂ ਮੁਹੰਮਦ ਤੁਗਲਕ ਨੇ ਵੀ। ਤਾਂ ਖਿਲਜੀ ਵੰਸ਼ ਤੋਂ ਬਾਅਦ ਜਿਹੜਾ ਤੁਗਲਕ ਵੰਸ਼ ਸ਼ੁਰੂ ਹੁੰਦਾ ਜੀ, 3rd ਨੰਬਰ ਤੇ ਗਿਆਸੁਦੀਨ ਤੁਗਲਕ ਇਸ ਦੇ ਵਿੱਚੋਂ ਪਹਿਲਾ ਸ਼ਾਸਕ ਸੀ ਜਿਹੜਾ 1320 ਤੋਂ ਲੈ ਕੇ 24 ਤੱਕ ਜਿਸਨੇ ਰਾਜ ਕੀਤਾ। ਫਿਰ ਮੁਹੰਮਦ ਤੁਗਲਕ 24 ਤੋਂ 51। ਉਸ ਤੋਂ ਬਾਅਦ ਫਿਰੋਜ਼ ਸ਼ਾਹ ਤੁਗਲਕ ਆਇਆ ਜਿਸਨੇ 1351 ਤੋਂ ਲੈ ਕੇ 1388 ਤੱਕ ਰਾਜ ਕੀਤਾ। ਉਸ ਤੋਂ ਬਾਅਦ ਸੈਯਦ ਵੰਸ਼ ਜਿਸ ਦੇ ਵਿੱਚ ਖਿਜ਼ਰ ਖਾਨ 1414 ਤੋਂ 21 ਤੱਕ ਸੁਲਤਾਨ ਰਿਹਾ। ਫਿਰ ਲੋਧੀ ਵੰਸ਼ ਜਿਹਦੇ ਵਿੱਚ ਬਹਿਲੋਲ ਲੋਧੀ 1452 ਤੋਂ 99 ਤੱਕ ਸੁਲਤਾਨ ਰਿਹਾ। NCR 7th ਦੇ ਜਿਹੜਾ 3rd ਲੈਸਨ ਹੈ ਉਸ ਦੇ ਅਕੋਰਡਿੰਗ ਇੰਨਾ ਕੁ ਮਟੀਰੀਅਲ ਹੈ ਜਿਹੜਾ ਉਹ ਸਾਡੇ ਪੜ੍ਹਨ ਯੋਗ ਹੈ ਜਾਂ ਯਾਦ ਰੱਖਣ ਯੋਗ ਹੈ 3rd ਚੈਪਟਰ ਦੇ ਵਿੱਚੋਂ। ਬਾਕੀ ਹੋਰ ਬਹੁਤ ਸਾਰੀਆਂ ਡਿਟੇਲ ਦੇ ਵਿੱਚ ਚੀਜ਼ਾਂ ਨਹੀਂ ਆ। ਅਸੀਂ NCERT ਕਰਵਾ ਰਹੇ ਹਾਂ ਤਾਂ NCERT ਤੱਕ ਹੀ ਸੀਮਿਤ ਰਹਾਂਗੇ ਹੁਣ, ਕਿਉਂਕਿ ਜੇ ਜ਼ਿਆਦਾ ਵਿੱਚ ਐਡ ਕਰਨ ਲੱਗੇ ਚੀਜ਼ਾਂ ਤਾਂ ਸ਼ਾਇਦ ਕਨਫਿਊਜ਼ਨ ਹੋ ਜਾਈਏ। ਪਹਿਲਾਂ NCERT ਪੂਰੀ ਕਰਾਂਗੇ, ਉਸ ਤੋਂ ਬਾਅਦ ਅਸੀਂ ਡਿਟੇਲ ਦੇ ਵਿੱਚ ਵੀ ਤੁਹਾਨੂੰ 2 ਜਾਂ 4 ਵੀਡੀਓਜ਼ ਦੇ ਵਿੱਚ ਪੂਰਾ ਜਿਹੜੀ ਹਿਸਟਰੀ ਹੈ ਸਲਤਨਤ ਪੀਰੀਅਡ ਦੀ ਉਹ ਸਮਝਾਵਾਂਗੇ। ਉਸ ਤੋਂ ਬਾਅਦ ਮੁਗਲ ਪੀਰੀਅਡ ਸ਼ੁਰੂ ਕਰਾਂਗੇ, ਫਿਰ ਜਿਹੜੇ ਈਸਟ ਇੰਡੀਆ ਕੰਪਨੀ ਦਾ ਜਿਹੜਾ ਪੀਰੀਅਡ ਹੈ ਉਹਦੀ ਸ਼ੁਰੂਆਤ ਕਰਾਂਗੇ। ਤਾਂ ਇਸ ਦੇ ਅਕੋਰਡਿੰਗ ਸਿਰਫ ਇੰਨਾ ਹੀ ਹੈ, ਬਾਕੀ ਦੀਆਂ ਚੀਜ਼ਾਂ ਤੁਹਾਨੂੰ ਅਗਲੇ ਵੀਡੀਓਜ਼ ਦੇ ਵਿੱਚ ਅਸੀਂ ਪੜ੍ਹਾਵਾਂਗੇ। ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਜਿਹੜੇ ਵਿਊਅਰਸ ਹਲੇ ਸਬਸਕ੍ਰਾਈਬ ਨਹੀਂ ਕਰ ਰਹੇ, ਦੇਖ ਰਹੇ ਨੇ ਸਾਡੀ ਵੀਡੀਓਜ਼ ਨੂੰ, ਤਾਂ ਰਿਕੁਐਸਟ ਹੈ ਜੀ ਸਬਸਕ੍ਰਾਈਬ ਕਰੋ, ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਸਾਨੂੰ ਹੌਸਲਾ ਮਿਲਦਾ ਰਹੇ ਇਸ ਚੀਜ਼ ਨਾਲ। ਤਾਂ ਨੈਕਸਟ ਵੀਡੀਓ ਦੇ ਲਈ ਦੇਖਦੇ ਰਹੋ ਸਾਡਾ ਚੈਨਲ ਗਗਨ ਐਜੂਕੇਸ਼ਨ। ਥੈਂਕ ਯੂ।